ਸੋ ਭਾਜੀ ਤੁਸੀਂ ਗੁਰਦਾਸ ਮਾਨ ਦਾ ਗੀਤ ਸੁਣਿਆ ਨਵਾਂ? ਹਾਂਜੀ। ਪੰਜਾਬਣ ਮਾਂ ਦਾ ਜਾਇਆ ਪੰਜਾਬੀ ਮੇਰੀ ਜ਼ੁਬਾਨ ਮੇਰੀ ਆਨ ਬਾਨ ਤੋਂ ਭਾਈ ਸਿੰਗਰ ਦਾ ਗੁਰਦਾਸ ਮਾਨ ਸ਼ੁਰੂ ਤੋਂ ਹੀ ਬਹੁਤ ਵਧੀਆ ਰਿਹਾ ਹੈ। ਮਤਲਬ ਸਾਰੇ ਆਪਾਂ ਉਹਨੂੰ ਸੁਣਦੇ ਆਏ ਆ, ਗਾਣੇ ਸੁਣਦੇ ਆ। ਇੱਕ ਵਾਰੀ ਬੰਦਾ ਦਿਲ ਤੇ ਗਿਰ ਜਾਵੇ ਫਿਰ ਉਹਨੂੰ ਚੱਕਣਾ ਬੜਾ ਔਖਾ ਹੋ ਜਾਂਦਾ। ਐਂਡ 'ਚ ਆ ਕੇ ਇਹ ਕੰਮ ਕਰਨਾ, ਫਿਰ ਗਾਣੇ 'ਚ ਲਿਖਣਾ ਹੋ, ਹੁਣ ਜਿੰਨੀ ਮਰਜ਼ੀ ਉਹ ਜਸਟੀਫਾਈ ਕਰੀ ਜਾਵੇ ਤੇ ਉਹ ਗੱਲ ਬਣਨੀ ਨਹੀਂ। ਹਾਲੇ ਵੀ ਉਹਨਾਂ ਨੇ ਆਪਣੀ ਗਲਤੀ ਨਹੀਂ ਮੰਨੀ ਹੈ। ਹਾਲਾਂਕਿ ਲੋਕਾਂ ਨੂੰ ਗਲਤ ਉਹ ਕਰ ਰਹੇ ਆ ਵੀ ਤੁਸੀਂ ਗਲਤ ਤੇ ਮੈਂ ਜਦ ਵੀ ਠੀਕ ਤਾਂ ਮੈਂ ਹੁਣ ਵੀ ਠੀਕ ਹਾਂ। ਅਸਲ 'ਚ ਇੰਨੇ ਲੋਕਾਂ ਨੇ ਵਿਰੋਧ ਕਰਿਆ, ਕਿਸੇ ਗਲਤੀ ਕਰਿਆ, ਕੋਈ ਗਲਤੀ ਥੀ। ਗੁਰਦਾਸ ਮਾਨ ਸਾਹਿਬ ਨੂੰ ਵੈਸੇ ਵਿਅਕਤੀਗਤ ਤੌਰ ਦੇ ਉੱਤੇ ਤੁਸੀਂ ਕਿਵੇਂ ਸਮਝਦੇ ਹੋ? ਬੰਦਾ ਵਧੀਆ ਗਾਣੇ ਸੁਣੇ ਛੋਟੇ ਹੁੰਦੇ ਹੀ, ਬਚਪਨ ਤੋਂ ਹੀ ਸੱਭਿਆਚਾਰ ਗਾਣੇ ਹੁੰਦੇ ਸਾਰੇ ਵਧੀਆ ਹੁੰਦੇ ਜੀ। ਬਟ ਇੱਕ ਚੀਜ਼ ਕਰਕੇ ਇਹ ਬੰਦੇ ਨੇ ਗਲਤ ਸਟੇਟਮੈਂਟ ਦੇ ਦਿੱਤੀ ਤਾਂ ਆਪਾਂ ਨੂੰ ਉਹ ਚੀਜ਼ ਨੂੰ ਬਸ ਖਤਮ ਕਰਨੀ ਚਾਹੀਦੀ। ਨਹੀਂ, ਗੁਰਦਾਸ ਮਾਨ ਵੀਰੇ ਵਧੀਆ ਸਿੰਗਰ ਹੈ ਤੇ ਹੁਣ ਅੱਗੇ ਵੱਧ ਰਹੇ ਆਪਣੇ ਆਪ ਨੂੰ ਸੱਚਾਈ ਨੂੰ ਅੱਗੇ ਰੱਖਣਾ ਚਾਹੁੰਦੇ ਆ ਤਾਂ ਬਹੁਤ ਬੜੀ ਗੱਲ ਹੈ। ਗੁਰਦਾਸ ਮਾਨ ਜੀ ਜਿਹੜੇ ਹੈਗੇ ਨੇ ਬਹੁਤ ਸਤਿਕਾਰਯੋਗ ਸੰਗੀਤਕਾਰ ਨੇ। ਲੋਕਾਂ ਨੂੰ ਵੀ ਥੋੜ੍ਹਾ ਜਿਹਾ ਪੇਸ਼ੈਂਸ ਨਾਲ ਚੱਲਣਾ ਚਾਹੀਦਾ। ਗੱਲ ਨਿਕਲ ਜਾਂਦੀ ਹੈ ਮੂੰਹ ਚੋਂ, ਜ਼ਰੂਰੀ ਨਹੀਂ ਹੁੰਦਾ ਉਹਨਾਂ ਦਾ ਮਤਲਬ ਜਾਂ ਉਹਨਾਂ ਦਾ ਮੋਟੋ ਇਹ ਹੋਵੇ ਕਹਿਣ ਦਾ। ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਸੀ ਕਿ ਪੰਜਾਬੀ ਅਗਰ ਮੇਰੀ ਮਾਂ ਹੈ ਲੈਂਗੁਏਜ ਤੇ ਹਿੰਦੀ ਮੇਰੀ ਮਾਸੀ ਹੈ। ਬਿਕੋਜ਼ ਅਸੀਂ ਇੱਕ ਦੇਸ਼ ਦੇ ਵਿੱਚ ਰਹਿੰਦੇ ਹੈਗੇ ਹਾਂ ਤੇ ਪੂਰੇ ਦੇਸ਼ ਔਰ ਦੇਸ਼ ਦੇ ਵਿੱਚ ਹੀ ਸਾਡਾ ਪੰਜਾਬ ਆਉਂਦਾ ਹੈ। ਐਂਡ ਵੀ ਲਵ ਪੰਜਾਬ, ਵੀ ਲਵ ਇੰਡੀਆ। ਸੋ ਉਹਨਾਂ ਨੂੰ ਇਸ ਗਲਤ ਤਰੀਕੇ ਨਾਲ ਦੇਖਣਾ ਬਹੁਤ ਗਲਤ ਹੈ। ਪੰਜਾਬੀ ਗਾਇਕ ਗੁਰਦਾਸ ਮਾਨ, ਜਿਨ੍ਹਾਂ ਨੂੰ ਮਾਂ ਬੋਲੀ ਦਾ ਰਾਖਾ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਪੰਜਾਬ ਦਾ ਮਾਨ ਨੇ, ਇੱਕ ਸਮਾਂ ਆਇਆ ਜਦੋਂ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਗੱਲ ਹੈਗੀ ਹੈ ਸਾਲ 2019 ਦੀ, ਜਦੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੇਸ਼ ਦੀ ਇੱਕ ਭਾਸ਼ਾ ਹੋਣ ਦੇ ਉੱਤੇ ਉਹਨਾਂ ਨੇ ਕੁਝ ਅਜਿਹਾ ਬੋਲ ਦਿੱਤਾ ਜਿਹੜਾ ਕਿ ਪੰਜਾਬੀਆਂ ਨੂੰ ਸੁਣਨ ਦੇ ਵਿੱਚ ਚੰਗਾ ਨਹੀਂ ਲੱਗਿਆ। ਉਹਨਾਂ ਨੇ ਕਿਹਾ ਦੇਸ਼ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ। ਕੋਈ ਅਗਰ ਸਾਊਥ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਅਗਰ ਤੁਸੀਂ ਪੰਜਾਬੀ ਦੇ ਵਿੱਚ ਗੱਲ ਕਰੋਗੇ ਤਾਂ ਸ਼ਾਇਦ ਤੁਹਾਡੀ ਗੱਲ ਨੂੰ ਕੋਈ ਸਮਝ ਨਹੀਂ ਪਾਏਗਾ। ਸੋ ਇਸ ਲਈ ਇੱਕ ਭਾਸ਼ਾ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਪਰ ਹਿੰਦੀ ਭਾਸ਼ਾ ਜਿਹੜੀ ਹੈ ਉਹ ਸਾਡੀ ਮਾਸੀ ਹੈ। ਇਸ ਗੱਲ ਦੇ ਉੱਤੇ ਇਸ ਕਦਰ ਵਿਰੋਧ ਸ਼ੁਰੂ ਹੋ ਗਿਆ ਕਿ ਗੁਰਦਾਸ ਮਾਨ ਨੂੰ ਬਹੁਤ ਚੰਗਾ ਮਾੜਾ ਕਿਹਾ ਜਾਣ ਲੱਗਿਆ। ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਬਾਰੇ ਲੋਕਾਂ ਨੇ ਗਾਲਾਂ ਵੀ ਕੱਢੀਆਂ ਤੇ ਉਸ ਤੋਂ ਬਾਅਦ ਇੱਕ ਲਾਈਵ ਸ਼ੋਅ ਦੇ ਦੌਰਾਨ ਜਦੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਗੁਰਦਾਸ ਮਾਨ ਦੇ ਤੋਂ ਵੀ ਇੱਕ ਗੁੱਸੇ ਦੇ ਵਿੱਚ ਸਟੇਜ ਦੇ ਉੱਪਰੋਂ ਮੂੰਹੋਂ ਗਾਲ ਨਿਕਲ ਗਈ ਤੇ ਉਸ ਤੋਂ ਬਾਅਦ ਇਹ ਵਿਰੋਧ ਜਿਹੜਾ ਹੈ ਹੋਰ ਵੀ ਜ਼ਿਆਦਾ ਵੱਧ ਗਿਆ ਤੇ ਉਸ ਤੋਂ ਬਾਅਦ 3 ਸਾਲਾਂ ਤੋਂ ਬਾਅਦ ਗੁਰਦਾਸ ਮਾਨ ਦਾ ਬੀਤੇ ਦਿਨੀ ਗੀਤ ਰਿਲੀਜ਼ ਹੋਇਆ, ਗੱਲ ਸੁਣੋ ਪੰਜਾਬੀ ਦੋਸਤੋ, ਜਿਹਦੇ ਵਿੱਚ ਉਹਨਾਂ ਨੇ ਆਪਣੇ ਦਿਲ ਦਾ ਗੁਬਾਰ ਕੱਢਿਆ, ਉਸ ਦਰਦ ਨੂੰ ਬਿਆਨ ਕੀਤਾ ਜੋ ਉਹਨਾਂ ਨੂੰ ਮਹਿਸੂਸ ਹੋਇਆ ਸੀ ਜਦੋਂ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦਾ ਗੱਦਾਰ ਕਿਹਾ ਜਾਣ ਲੱਗ ਗਿਆ ਸੀ। ਤੇ ਆਮ ਲੋਕਾਂ ਦੇ ਨਾਲ ਗੱਲ ਕਰਦੇ ਆ, ਉਹਨਾਂ ਨੇ ਵੀ ਉਹ ਗੀਤ ਸੁਣਿਆ ਹੋਏਗਾ। ਉਹਨਾਂ ਦੇ ਇਸ ਗੀਤ ਬਾਰੇ ਤੇ ਗੁਰਦਾਸ ਮਾਨ ਬਾਰੇ ਅੱਜ ਕੀ ਵਿਚਾਰ ਨੇ, ਇਹ ਗੀਤ ਦੇ ਬੋਲਾਂ ਨੂੰ ਸੁਣਨ ਤੋਂ ਬਾਅਦ ਕੀ ਲੋਕਾਂ ਦੇ ਦਿਲਾਂ ਦੇ ਵਿੱਚ ਕੁਝ ਬਦਲਾਅ ਆਇਆ, ਆਓ ਦੇਖਦੇ ਹਾਂ। ਕਰ ਸੁਪਨੇ ਵਿੱਚ ਸੋ ਭਾਜੀ ਤੁਸੀਂ ਗੁਰਦਾਸ ਮਾਨ ਦਾ ਗੀਤ ਸੁਣਿਆ ਨਵਾਂ? ਹਾਂਜੀ। ਤੇ ਕੀ ਕਹਿਣਾ ਚਾਹੋਗੇ? ਗੁਰਦਾਸ ਮਾਨ ਜਿਨ੍ਹਾਂ ਨੂੰ ਅਸੀਂ ਪੰਜਾਬ ਦਾ ਮਾਣ ਕਹਿੰਦੇ ਰਹੇ ਹਾਂ, ਪੰਜਾਬੀ ਮਾਂ ਬੋਲੀ ਨੂੰ ਉਹਨਾਂ ਦਾ ਬਹੁਤ ਯੋਗਦਾਨ ਹੈਗਾ, ਬਹੁਤ ਗੀਤ ਉਹਨਾਂ ਨੇ ਗਾਏ ਨੇ ਔਰ ਹਰਮਨ ਪਿਆਰੇ ਰਹੇ ਨੇ ਤੇ ਅਚਾਨਕ ਇਹ ਹੋਇਆ ਕਿ ਲੋਕੀ ਉਹਨਾਂ ਨੂੰ ਗੱਦਾਰ ਕਹਿਣ ਲੱਗ ਗਏ। ਸੋ ਇਸ ਉੱਤੇ ਤੁਹਾਡਾ ਕੀ ਵਿਚਾਰ ਹੈ ਜਾਂ ਫਿਰ ਉਹਨਾਂ ਦੀ ਜਿਹੜੀ ਉਹਨਾਂ ਨੇ ਭਾਵਨਾਵਾਂ ਵਿਅਕਤ ਕੀਤੀਆਂ ਨੇ ਉਹਦੇ ਉੱਤੇ ਕੀ ਵਿਚਾਰ ਹੈ? ਭਾਈ ਸਿੰਗਰ ਤਾਂ ਗੁਰਦਾਸ ਮਾਨ ਸ਼ੁਰੂ ਤੋਂ ਹੀ ਬਹੁਤ ਵਧੀਆ ਰਿਹਾ ਹੈ। ਮਤਲਬ ਸਾਰੇ ਆਪਾਂ ਉਹਨੂੰ ਸੁਣਦੇ ਆਏ ਆ, ਗਾਣੇ ਸੁਣਦੇ ਆ ਤੇ ਐਜ਼ ਆ ਪਰਸਨ ਵੀ ਬਹੁਤ ਵਧੀਆ ਬੰਦਾ। ਪਰ ਹੁਣ ਕੀ ਗੱਲਬਾਤ ਚੱਲ ਰਹੀ ਹੈ, ਹੁਣ ਆ ਕੇ ਉਹ ਚੀਜ਼ ਕਹਿਣਾ ਵੀ ਜਾਂ ਪੰਜਾਬੀ ਮਾਂ ਬੋਲੀ ਦੀ ਜਾਂ ਕੁਛ ਵੀ ਕਹਿਣਾ, ਉਹਨੇ ਆਪਣਾ ਪੁਆਇੰਟ ਆਫ ਵਿਊ ਰੱਖਤਾ। ਪਰ ਕੀ ਹੋਇਆ ਵੀ ਲੋਕ ਕਿਹੜੇ ਤਰੀਕੇ ਨਾਲ ਲੈਂਦੇ ਆ ਉਹਨੂੰ, ਉਹ ਚੀਜ਼ ਮੈਟਰ ਕਰਦੀ ਹੈ। ਕਿਸੇ ਨੇ ਲਿਆ ਪੋਜ਼ੀਟਿਵ ਤਰੀਕੇ ਨਾਲ ਵੀ ਨਹੀਂ ਚਲੋ ਬੋਲਤਾ ਠੀਕ ਹੈ, ਪਰ ਮੈਂ ਇਹ ਪਰਸਨਲੀ ਆਪਣੀ ਗੱਲ ਕਰਾਂ ਵੀ ਉਹ ਚੀਜ਼ ਇੱਕ ਤਾਂ ਠੀਕ ਨਹੀਂ ਸੀਗੀ। ਰਿਲੇਟ ਕਰਨਾ ਅਲੱਗ ਹੁੰਦਾ, ਥੱਲੇ ਲਾਉਣਾ ਅਲੱਗ ਗੱਲ ਹੁੰਦੀ ਆ, ਬਰਾਬਰ ਚੱਲਣਾ ਅਲੱਗ ਹੁੰਦਾ। ਤਾਂ ਉਹੀ ਚੀਜ਼ ਸੀਗੀ ਬਈ ਕਿਸੇ ਨੂੰ ਪਸੰਦ ਨਹੀਂ ਆਇਆ, ਜਿਹਨੂੰ ਪਸੰਦ ਨਹੀਂ ਆਇਆ ਸੀ ਉਹਨਾਂ 'ਚੋਂ ਹੀ ਆ। ਅਤੇ ਮਤਲਬ ਵਧੀਆ ਚੱਲ ਰਿਹਾ, ਐਂਡ 'ਚ ਆ ਕੇ ਇਹ ਕੰਮ ਕਰਨਾ, ਫਿਰ ਗਾਣੇ 'ਚ ਲਿਖਣਾ ਹੋ, ਹੁਣ ਜਿੰਨੀ ਮਰਜ਼ੀ ਉਹ ਜਸਟੀਫਾਈ ਕਰੀ ਜਾਵੇ ਅਤੇ ਉਹ ਗੱਲ ਬਣਨੀ ਨਹੀਂ। ਕਿਉਂਕਿ ਆਪਾਂ ਜਿਹੜੇ ਪੰਜਾਬੀ ਹੁੰਦੇ ਇੱਕ ਵਾਰ ਬੁਰਾ ਲੱਗ ਜਾਵੇ ਤਾਂ ਲੱਗ ਗਿਆ, ਵਧੀਆ ਲੱਗ ਜਾਵੇ ਤਾਂ ਵਧੀਆ ਲੱਗ ਗਿਆ। ਜਿਵੇਂ ਹੁਣ ਇੰਦਰਜੀਤ ਨੀਕੂ ਨੂੰ ਹੁਣ ਆਪਾਂ ਸਾਰਿਆਂ ਨੇ ਚੱਕ ਲਿਆ ਜੀ, ਟਾਈਮ ਸੀਗਾ ਕੋਈ, ਅਤੇ ਗੁਰਦਾਸ ਮਾਨ ਦਾ ਉਹੀ ਸੀਗਾ ਵੀ ਜੋ ਗੱਲ ਸਹੀ ਨਹੀਂ ਲੱਗੀ ਫਿਰ ਨਾ ਤਾਂ ਆਪਾਂ ਥੱਲੇ ਲਾਉਣ ਵਾਲੇ ਹਾਂ
ਸਿਚੁਏਸ਼ਨ ਇਹੋ ਜਿਹੀ ਬਣ ਗਈ, ਬਾਕੀ ਆਪਾਂ ਨੂੰ ਅਸੈਪਟੇਬਲ ਨਹੀਂ ਸੀਗਾ, ਉਹ ਮੇਨ ਗੱਲ ਇਹੀ ਸੀਗੀ। ਤੇ ਉਸ ਤੋਂ ਬਾਅਦ ਅਗਰ ਗੱਲ ਕਰੀਏ ਕਿ ਗੁਰਦਾਸ ਮਾਨ ਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਵਿਅਕਤੀਗਤ ਤੌਰ ਦੇ ਉੱਤੇ ਵੀ ਇਦਾਂ ਦਾ ਕੀ ਕਰਨਾ ਪਊਗਾ ਕਿ ਦੁਬਾਰਾ ਉਹ ਮਾਣ ਹਾਸਲ ਕਰ ਸਕਣ? ਦੁਬਾਰਾ ਦਾ ਇਹੀ ਹੁੰਦਾ ਵੀ ਜੇ ਬੰਦਾ ਕਹੇ ਵੀ ਮੇਰੇ ਤੋਂ ਗਲਤੀ ਹੋ ਗਈ, ਉਹ ਮੰਨ ਲੈਣੀ ਬਹੁਤ ਬੜੀ ਗੱਲ ਹੈ। ਜੇ ਮੰਨ ਲਈ ਤਾਂ ਪੰਜਾਬੀ ਇਹ ਚੱਕ ਦਾ ਮਾਫ ਵੀ ਕਰ ਹੀ ਦਿੰਦੇ ਆ। ਤੇ ਹੁਣ ਜਿਹੜਾ ਗੀਤ ਆਇਆ ਇਸ ਦੇ ਹਿਸਾਬ ਨਾਲ ਇਹ ਲੱਗਦਾ ਹੈ ਕਿ ਉਹਨਾਂ ਨੇ ਆਪਣੀ ਗਲਤੀ ਨਹੀਂ ਮੰਨੀ, ਉਹਨਾਂ ਨੇ ਇਹ ਮੰਨਿਆ ਕਿ ਮੈਨੂੰ ਗਲਤ ਸਮਝਿਆ ਗਿਆ, ਮਤਲਬ ਲੋਕਾਂ ਦੀ ਗਲਤੀ ਕੱਢੀ ਕਿ ਮੇਰੇ ਬਿਆਨ ਨੂੰ ਗਲਤ ਲਿਆ ਗਿਆ। ਹਾਂ, ਇਹ ਗਾਣੇ ਦੇ ਥਰੂ ਐਂ ਲੱਗਿਆ ਵੀ ਮੈਂ ਸਹੀ ਸੀਗਾ, ਤੁਸੀਂ ਮੈਨੂੰ ਗਲਤ ਲੈ ਗਏ। ਉਹ ਜੇ ਹੁਣ ਵੀ ਗਾਣੇ 'ਚ ਕਹਿ ਦਿੰਦਾ ਵੀ ਚਲੋ ਮੈਂ ਜੇ ਗਲਤ ਸੀਗਾ ਤਾਂ ਕੋਈ ਚੱਕਰ ਨਹੀਂ, ਅੱਗੇ ਵਾਸਤੇ ਉਹੀ ਪਿਆਰ ਬਣਾ ਕੇ ਰੱਖੋ ਜਿਵੇਂ ਸੀਗਾ, ਪਰ ਉਹ ਗੱਲ ਹਲੇ ਵੀ ਨਹੀਂ ਹੋਈ। ਪਰ ਲੋਕਾਂ ਨੂੰ ਵੀਡੀਓ ਬੜਾ ਪਸੰਦ ਆ ਰਿਹਾ ਹੈ, ਬੋਲ ਵੀ ਪਸੰਦ ਆ ਰਹੇ ਨੇ, ਗਾਣਾ ਬਹੁਤ ਵਧੀਆ ਲੱਗ ਰਿਹਾ। ਕਹਿੰਦੇ ਜੀ ਕਿ ਬਾਬਾ ਬੋੜ ਨੇ ਗੁਰਦਾਸ ਮਾਨ ਉਹ ਇਹੀ ਕਰ ਸਕਦੇ ਸੀਗੇ, ਇਦਾਂ ਦਾ ਪ੍ਰੋਜੈਕਟ ਕੋਈ ਹੋਰ ਬਣਾ ਵੀ ਨਹੀਂ ਸਕਦਾ ਸੀ। ਨਹੀਂ, ਉਹ ਗੱਲ 'ਚ ਕੋਈ ਸ਼ੱਕ ਨਹੀਂ ਵੀ ਬਾਬਾ ਬੋੜ ਸੀਗੇ, ਉਹ ਸ਼ੁਰੂ ਤੋਂ ਕਿੰਨੇ ਟਾਈਮ ਤੋਂ ਚੱਲਦੇ ਆ ਰਹੇ ਆ, ਉਹਨਾਂ ਦੇ ਨਾਲ ਦੇ ਤਾਂ ਕਿੰਨੇ ਹੁਣ ਗਾ ਵੀ ਨਹੀਂ ਰਹੇ। ਤੇ ਉਹੀ ਆਵਾਜ਼, ਉਹੀ ਕੁਝ ਲਿਖਣਾ, ਇੰਨਾ ਵਧੀਆ ਲਿਖਣਾ, ਪਰ ਉਹ ਗੱਲ ਹੁਣ ਬਣ ਨਹੀਂ ਸਕਦੀ। ਮਤਲਬ ਗਾਇਕੀ ਦੇ ਵਿੱਚ ਤੁਹਾਨੂੰ ਕੋਈ ਸ਼ੱਕ ਨਹੀਂ ਹੈ, ਪਰ ਵਿਅਕਤੀਗਤ ਤੌਰ ਦੇ ਉੱਤੇ ਜੋ ਉਹਨਾਂ ਨੇ ਗੱਲ ਕੀਤੀ ਸੀ ਉਹਦੇ ਨਾਲ ਤੁਸੀਂ ਹਜੇ ਵੀ ਸਹਿਮਤ? ਗਾਇਕੀ ਟੌਪ ਕਲਾਸ ਆ ਉਹਨਾਂ ਦੀ, ਸ਼ੁਰੂ ਤੋਂ ਰਹੀ ਹੈ, ਪਰ ਉਹ ਜਿਹੜੇ ਆਪਣੇ ਉਹਨਾਂ ਦਾ ਜੋ ਵੀ ਕਿਹਾ ਉਹਨਾਂ ਨੇ ਉਹ ਵਧੀਆ ਨਹੀਂ ਲੱਗਿਆ, ਇਸ ਕਰਕੇ ਆਪਾਂ ਫਿਰ ਬੰਦੇ ਦੇ ਵੀ ਫਿਰ ਸੁਣਨ ਦੇ ਖਿਲਾਫ ਹੋ ਜਾਂਦੇ ਆ। ਜੀ, ਮੇਨ ਗੱਲ ਇਹ ਹੈ ਕਿ ਹੁਣ ਜਿਹੜਾ ਉਹਨਾਂ ਦੀ ਕਹੀਆਂ ਹੋਈਆਂ ਗੱਲਾਂ ਦੇ ਉੱਤੇ ਵੀ ਜਿਹੜਾ ਹੈ ਉਸ ਤਰੀਕੇ ਨਾਲ ਗੌਰ ਨਹੀਂ ਕੀਤਾ ਜਾਂਦਾ। ਭਾਜੀ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਵੀ ਇਹਨਾਂ ਦੇ ਨਾਲ ਸਹਿਮਤ ਹਾਂ ਵੀ ਮਤਲਬ ਇੱਕ ਵਾਰੀ ਬੰਦਾ ਦਿਲ ਤੇ ਗਿਰ ਜਾਵੇ ਫਿਰ ਉਹਨੂੰ ਚੱਕਣਾ ਬੜਾ ਔਖਾ ਹੋ ਜਾਂਦਾ। ਮਤਲਬ ਕਹਿ ਲਓ ਵੀ ਜੇ ਤਾਂ ਉਹ ਆਪਣੀ ਗਲਤੀ ਮਤਲਬ ਹਲੇ ਵੀ ਉਹਨਾਂ ਨੇ ਆਪਣੀ ਗਲਤੀ ਨਹੀਂ ਮੰਨੀ ਹੈ, ਹਾਲਾਂਕਿ ਲੋਕਾਂ ਨੂੰ ਗਲਤ ਉਹ ਕਰ ਰਹੇ ਆ ਵੀ ਤੁਸੀਂ ਗਲਤ ਤੇ ਮੈਂ ਜਦ ਵੀ ਠੀਕ ਤਾਂ ਮੈਂ ਹੁਣ ਵੀ ਠੀਕ ਹਾਂ। ਅਸਲ 'ਚ ਇੰਨੇ ਲੋਕਾਂ ਨੇ ਵਿਰੋਧ ਕਰਿਆ, ਕਿਸੇ ਗਲਤੀ ਕਰਿਆ, ਕੋਈ ਗਲਤੀ ਥੀ, ਪੰਜਾਬੀ ਨੇ ਉਹਨਾਂ ਨੂੰ ਇੰਨਾ ਮਾਣ ਬਖਸ਼ਿਆ, ਇੱਥੇ ਤੱਕ ਪਹੁੰਚਾਇਆ, ਪਰ ਉਹ ਐਂਡ 'ਚ ਆ ਕੇ ਮਤਲਬ ਉਹ ਕਿਆ ਕਰ ਗਏ। ਅੱਛਾ, ਇਸ ਗੀਤ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਉਹ ਕਹਿੰਦੇ ਨੇ, ਮੈਂ ਸੁਣਿਆ ਸੀਗਾ ਬਾਹਰ ਗਏ ਵੇ ਉਹ ਮੇਰਾ ਖਿਆਲ ਹੈ ਕੋਈ ਬਜ਼ੁਰਗ ਤਾਂ ਜਾਂ ਕੌਣ ਥਾ, ਉਹ ਮਤਲਬ ਬੋਰਡ ਚੱਕੀ ਖੜਾ ਤਾਂ ਉਹਨਾਂ ਦੇ ਉਹ ਮਤਲਬ ਉਹਨੂੰ ਵੀ ਬਹੁਤ ਗਲਤ ਬੋਲੇ ਆ ਉਹ, ਮਤਲਬ ਉਹ ਗੱਲ ਵੀ ਸਟੇਜ ਤੋਂ ਗਾਲ ਹਾਂ, ਇਹ ਗੱਲ ਇਸ ਦਾ ਜ਼ਿਕਰ ਉਹਨਾਂ ਨੇ ਗਾਣੇ ਦੇ ਵਿੱਚ ਵੀ ਕੀਤਾ ਹੈ। ਬੰਦੇ ਨੂੰ ਜਦ ਬੰਦਾ ਨਾ ਐਡੇ ਲੈਵਲ ਪਰ ਹੁੰਦਾ, ਉਹਨੂੰ ਇਹ ਜਿਹੀਆਂ ਛੋਟੀਆਂ ਗੱਲਾਂ 'ਚ ਮਤਲਬ ਨਹੀਂ ਪੈਣਾ ਚਾਹੀਦਾ। ਉਹ ਇੰਨਾ ਪਿਆਰ ਕਰਦੇ ਤੇ ਪੰਜਾਬੀ ਉਹਨਾਂ ਨੂੰ, ਦੱਸੋ ਤੁਸੀਂ ਸਟੇਜ ਪਰ ਤੇ ਗਾਲ ਕੱਢਦੇ ਆ, ਇਹ ਕੋਈ ਚੰਗੀ ਗੱਲ ਆ? ਹੁਣ ਤਾਂ ਜੋ ਮਰਜ਼ੀ ਸਫਾਈਆਂ ਦੇਈ ਜਾ, ਹੁਣ ਗੱਲ ਨਹੀਂ ਬਣਨੀ। ਰਾਈਟ। ਅੱਛਾ, ਉਹਨਾਂ ਨੇ ਇੱਕ ਜ਼ਿਕਰ ਵੀ ਕੀਤਾ ਕਿ ਜਦੋਂ ਮੇਰੀ ਮਾਂ ਨੂੰ ਗਾਲ ਕੱਢ ਦਿੱਤੀ ਜਾਂ ਮੈਨੂੰ ਇਦਾਂ ਕਰ ਦਿੱਤਾ ਤਾਂ ਕੀ ਮੈਂ ਗੁੱਸਾ ਆਣਾ ਮਤਲਬ ਮੇਰਾ ਸੁਭਾਵਿਕ ਸੀਗਾ। ਉਹਨਾਂ ਨੇ ਗਾਣੇ ਦੇ ਵਿੱਚ ਵੀ ਜ਼ਿਕਰ ਕੀਤਾ। ਉਹਨਾਂ ਨੂੰ ਗਾਲ ਨਹੀਂ ਨਾ ਕੱਢੀ, ਆਪਾਂ ਆਪਣਾ ਹੁਣ ਆਪਾਂ ਆਜ਼ਾਦ ਆ, ਆਪਾਂ ਆਪਣਾ ਪ੍ਰੋਟੈਸਟ ਆਪਣੇ ਦਿਲ 'ਚ ਜੋ ਹੈ ਆਪਾਂ ਆਪਣਾ ਦਿਖਾ ਸਕਦੇ ਹਾਂ। ਉਹਨਾਂ ਨੂੰ ਕਿਹਾ ਤਾਂ ਕਿਸੇ ਨੇ ਕੁਝ ਨਹੀਂ, ਬੰਦਾ ਤਾਕਤੀ ਲਈ ਖੜਾ। ਹੁਣ ਮੈਂ ਤੁਹਾਡੇ ਖਿਲਾਫ ਉਰੇ ਖੜਾ ਹਾਂ, ਤੁਹਾਨੂੰ ਮੈਂ ਜਦ ਤੱਕ ਕੁਝ ਕਹਿੰਦਾ ਨਹੀਂ, ਤੁਹਾਡਾ ਤਾਂ ਕੋਈ ਮਤਲਬ ਨਹੀਂ ਮੈਨੂੰ ਗਲਤ ਬੋਲੂਗੇ ਜਾਂ ਕੁਝ ਵੀ ਮੇਰੀ ਸ਼ਾਨ ਦੇ ਖਿਲਾਫ, ਜਾਂ ਤਾਂ ਅਗਲਾ ਨਹੀਂ ਤੁਹਾਡੀ ਸ਼ਾਨ ਦੇ ਖਿਲਾਫ। ਤੁਹਾਡੇ ਕਹਿਣ ਦਾ ਮਤਲਬ ਵੀ ਵਿਰੋਧ ਕਰਨਾ ਵੀ ਹੱਕ ਹੈਗਾ ਲੋਕਾਂ ਦਾ, ਜੇ ਉਹ ਕਰਦੇ ਨੇ ਤਾਂ ਉਹਦੇ ਵਿੱਚ ਤੁਸੀਂ ਇਦਾਂ ਨਹੀਂ ਬੋਲ ਸਕਦੇ। ਮਤਲਬ ਆਪਾਂ ਕਿਸੇ ਦੀ ਭਾਵਨਾਵਾਂ ਨੂੰ ਆਪਾਂ ਦਬਾ ਕੇ ਨਹੀਂ ਰੱਖ ਸਕਦੇ। ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਅਗਰ ਗੁਰਦਾਸ ਮਾਨ ਸਾਹਿਬ ਨੇ ਇਹ ਗੀਤ ਗਾ ਵੀ ਦਿੱਤਾ, ਉਹਨਾਂ ਨੇ ਆਪਣਾ ਪੱਖ ਪੇਸ਼ ਕੀਤਾ, ਨਾਲ ਲੋਕਾਂ ਨੂੰ ਵੀ ਦੱਸਿਆ ਵੀ ਉਹ ਕਿੱਥੇ ਗਲਤ ਸੀਗੇ, ਤੇ ਉਹ ਗੁਰਦਾਸ ਮਾਨ ਨੇ ਇਹ ਪੇਸ਼ ਕੀਤਾ ਕਿ ਮੈਂ ਕਿੱਥੇ ਸਹੀ ਸੀ, ਤਾਂ ਇਹ ਕਰਨ ਦੇ ਨਾਲ ਵੀ ਅਗਰ ਫਰਕ ਨਹੀਂ ਪੈਂਦਾ ਤਾਂ ਕੀ ਕਰਨਾ ਪਏਗਾ ਗੁਰਦਾਸ ਮਾਨ ਸਾਹਿਬ ਨੂੰ? ਦੇਖਦੇ ਆ, ਮਤਲਬ ਹੁਣ ਸਮਾਂ ਆਊਗਾ, ਹਲੇ ਤਾਂ ਮੇਰਾ ਖਿਆਲ ਥੋੜੇ ਦਿਨ ਹੋਏ ਆ ਗਾਣਾ ਆਏ ਨੂੰ। 7 ਨੂੰ ਹੋਇਆ। ਹਾਂ, 7 ਨੂੰ ਹੋਇਆ ਤੇ ਥੋੜੇ ਦਿਨ ਹੋਏ ਆ, ਲੋਕ ਦੇਖਣਗੇ, ਸੁਣਨਗੇ, ਕਿਆ ਪਤਾ ਕੋਈ ਮਤਲਬ ਫੇਰ ਮਨ ਚੜ ਜਾਣ, ਕੋਈ ਇਹਦੇ 'ਚ ਉਹ ਨਹੀਂ ਹੈ, ਮਤਲਬ ਦੁਬਾਰੇ ਵੀ ਮਨ ਪਰ ਚੜ ਸਕਦੇ ਆ, ਗਲਤੀਆਂ ਹੋ ਜਾਂਦੀਆਂ ਬੰਦੇ ਤੇ, ਮਤਲਬ ਕੋਈ ਐ ਜੀ ਮੰਨੀ ਜਾਵੇ। ਸੋ ਇਹ ਇਹਨਾਂ ਦੇ ਵਿਚਾਰ ਨੇ ਜੀ, ਤੇ ਹੋਰਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਲੋਕਾਂ ਨਾਲ, ਤੇ ਦੇਖਦੇ ਹਾਂ ਕਿ ਗੁਰਦਾਸ ਮਾਨ ਸਾਹਿਬ ਨੂੰ ਆਖਿਰਕਾਰ ਕੀ ਕਰਨਾ ਪਏਗਾ ਆਪਣੀ ਉਹੀ ਜਗ੍ਹਾ ਬਣਾਉਣ ਦੇ ਲਈ। ਆ ਜਾਓ। ਸੋ ਇੱਥੇ ਕੁਝ ਸਟੂਡੈਂਟ ਸਾਡੇ ਨਾਲ ਨੇ, ਉਹਨਾਂ ਨੂੰ ਪੁੱਛਦੇ ਹਾਂ ਕੀ ਹਾਲ ਨੇ ਵੀਰੇ। ਸਤਿ ਸ਼੍ਰੀ ਅਕਾਲ। ਪਹਿਲੇ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਅੱਛਾ, ਤੁਸੀਂ ਗੀਤ ਸੁਣਿਆ ਗੁਰਦਾਸ ਮਾਨ ਸਾਹਿਬ ਦਾ, ਗੱਲ ਸੁਣੋ ਪੰਜਾਬੀ ਦੋਸਤੋ। ਹਾਂਜੀ, ਸੁਣਿਆ ਜੀ। ਤੇ ਉਹਨਾਂ ਨੇ ਆਪਣੀ ਸਫਾਈ ਪੇਸ਼ ਕੀਤੀ ਹੈ। 2019 ਦੇ ਵਿੱਚ ਇੱਕ ਸਟੇਟਮੈਂਟ ਆਈ ਸੀਗੀ, ਉਹਨਾਂ ਨੇ ਕਿਹਾ ਸੀਗਾ ਕਿ ਇੱਕ ਦੇਸ਼ ਦੀ ਇੱਕ ਭਾਸ਼ਾ ਹੋਣ ਦੇ ਵਿੱਚ ਕੋਈ ਬੁਰਾਈ ਨਹੀਂ ਹੈਗੀ, ਜੇ ਪੰਜਾਬੀ ਮਾਂ ਬੋਲੀ ਸਾਡੀ ਮਾਂ ਬੋਲੀ ਹੈ ਤਾਂ ਹਿੰਦੀ ਸਾਡੀ ਮਾਸੀ ਹੈ। ਉਸ ਤੋਂ ਬਾਅਦ ਕਾਫੀ ਵਿਰੋਧ ਹੋਇਆ ਤੇ ਉਸੇ ਵਿਰੋਧ ਦਾ ਗੁਬਾਰ ਉਹਨਾਂ ਨੇ ਇਸ ਗੀਤ ਦੇ ਵਿੱਚ ਕੱਢਿਆ, ਜਿਵੇਂ ਤੁਸੀਂ ਸੁਣਿਆ ਵੀ ਹੋਏਗਾ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੁਰਦਾਸ ਮਾਨ ਬਾਰੇ? ਚਲੋ ਜੀ, ਜਿਹੜੀ ਉਹਨੇ ਗੱਲ ਕਹਿਤੀ ਵੀ ਦਿੱਲੀ ਸਾਡੀ ਮਾਸੀ ਹੈ, ਮਲਕੀ ਹੈ ਤਾਂ ਗੱਲ ਗਲਤ ਉਹਦੀ, ਹਿੰਦੀ ਸਾਡੀ ਮਾਸੀ ਹੈ, ਇਹ ਚੀਜ਼ ਗਲਤ ਹੈ ਜੀ। ਪਰ ਹਮੇਸ਼ਾ ਪੰਜਾਬ ਨੂੰ ਆਪਾਂ ਰਿਪਰੈਜ਼ੈਂਟ ਕਰਨਾ ਚਾਹੀਦਾ, ਕਿਉਂਕਿ ਕੁਝ ਗੱਲਾਂ ਵੀ ਜਿਹੜੀਆਂ ਆਪਣਾ ਪੰਜਾਬ ਨੂੰ ਦਬਾਇਆ ਜਾਂਦਾ ਹਮੇਸ਼ਾ, ਤੇ ਪੰਜਾਬੀ ਨੂੰ ਦਬਾਇਆ ਜਾਂਦਾ ਜੀ। ਤੇ ਜਿਹੜਾ ਗਾਣਾ ਹੈ ਜੀ, ਗਾਣਾ ਬਾਈ ਦਾ ਵਧੀਆ ਹੈ। ਚਲੋ ਇਹ ਤੇ ਬਾਈ ਦੇ ਪਹਿਲਾਂ ਗਲਤੀਆਂ ਹੋ ਗਈਆਂ, ਇਟਸ ਓਕੇ, ਉਹ ਚੀਜ਼ ਲੈਟ ਗੋ ਕਰਕੇ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਜੀ।
ਜੇ ਆਪਾਂ ਇਹੀ ਚੀਜ਼ਾਂ 'ਤੇ ਰਹੋਗੇ ਫਿਰ ਆਪਣਾ ਕਹੋਗੇ ਆਪਣੀ ਥੋੜ੍ਹੀ ਸੋਚ ਹੈ ਜੀ, ਆਪਾਂ ਨੂੰ ਅੱਗੇ ਵਧਣਾ ਚਾਹੀਦਾ ਇਹ ਚੀਜ਼ 'ਤੇ ਜੀ। ਤਾਂ ਮਤਲਬ ਉਹ ਜਿਹੜੀ ਗੱਲ ਪੁਰਾਣੀ ਹੋ ਗਈ ਉਸ ਨੂੰ ਛੱਡ ਕੇ ਅੱਗੇ ਵਧਣ 'ਚ ਹੀ ਭਲਾਈ ਹੈ, ਕਿਉਂਕਿ ਇੱਕ ਚੰਗੀ ਦੇਣ ਵੀ ਜਿਹੜੀ ਹੈ ਗੁਰਦਾਸ ਮਾਨ ਸਾਹਿਬ ਨੂੰ ਵੈਸੇ ਵਿਅਕਤੀਗਤ ਤੌਰ ਦੇ ਉੱਤੇ ਤੁਸੀਂ ਕਿਵੇਂ ਸਮਝਦੇ ਹੋ? ਬੰਦਾ ਵਧੀਆ ਗਾਣੇ ਸੁਣਿਆ ਸੀ ਛੋਟੇ ਹੁੰਦੇ ਹੀ ਬਚਪਨ 'ਤੇ ਜੀ, ਸੱਭਿਆਚਾਰ ਗਾਣੇ ਹੁੰਦੇ ਸਾਰੇ ਵਧੀਆ ਹੁੰਦੇ ਜੀ, ਬਟ ਇੱਕ ਚੀਜ਼ ਕਰਕੇ ਇਹ ਬੰਦੇ ਨੇ ਗਲਤ ਸਟੇਟਮੈਂਟ ਦਿੱਤੀ ਤਾਂ ਆਪਾਂ ਨੂੰ ਉਹ ਚੀਜ਼ ਨੂੰ ਬਸ ਖਤਮ ਕਰਨ ਚਾਹੀਦਾ। ਆਪਾਂ ਨੂੰ ਵੱਡੀ ਨਹੀਂ ਬਣਾਉਣਾ ਚਾਹੀਦਾ ਮਤਲਬ ਉਹ ਚੀਜ਼ ਨੂੰ ਆਪਾਂ ਨੂੰ ਮੁੱਦਾ ਨਹੀਂ ਚੱਕਣਾ ਚਾਹੀਦਾ ਜੀ, ਆਪਾਂ ਨੂੰ ਉਹ ਗੱਲ ਨੂੰ ਦਫਾ ਕਰਕੇ ਆਪਾਂ ਅੱਗੇ ਵਧਣਾ ਚਾਹੀਦਾ ਜੀ। ਜੀ ਤੁਸੀਂ ਕੀ ਕਹਿੰਦੇ ਹੋ? ਅਸੀਂ ਮੈਂ ਸੇਮ ਇੱਦਾਂ ਹੀ ਕਹਿਣਾ ਵੀ ਉਹ ਸ਼ੁਰੂ ਤੋਂ ਸੱਭਿਆਚਾਰ ਗੀਤ ਗਾਉਂਦੇ ਰਹੇ ਹੈ, ਵਧੀਆ ਮਤਲਬ ਪੰਜਾਬੀ ਨੂੰ ਅੱਗੇ ਲੈ ਕੇ ਆਉਂਦੇ ਰਹੇ ਹੈ। ਚਲੋ ਗਲਤੀ ਹੋ ਜਾਂਦੀ ਹਰੇਕ ਇਨਸਾਨ ਤੇ ਹੋ ਜਾਂਦੀ ਹੈ, ਕੋਈ ਨਹੀਂ, ਚਲੋ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਫਿਰ ਵੀ। ਪਰ ਉਹਨਾਂ ਦਾ ਨਾਲ ਇਹ ਵੀ ਕਹਿਣਾ ਹੈ ਆਪਣੇ ਗੀਤ ਦੇ ਵਿੱਚ ਕਿ ਇੱਕ ਤਰ੍ਹਾਂ ਉਹਨਾਂ ਨੇ ਇਹ ਪੇਸ਼ ਕੀਤਾ ਕਿ ਮੈਂ ਗਲਤ ਨਹੀਂ ਸੀਗਾ, ਮੈਨੂੰ ਗਲਤ ਸਮਝ ਲਿਆ ਗਿਆ। ਤਾਂ ਇਹ ਸੋਸ਼ਲ ਮੀਡੀਆ ਦੀ ਪਾਵਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕਈ ਵਾਰੀ ਮਿਸਲੀਡ ਵੀ ਹੋ ਜਾਂਦੇ ਹਾਂ ਅਸੀਂ, ਜਾਂ ਫਿਰ ਬੋਲਣ ਵੇਲੇ ਅਸੀਂ ਨਹੀਂ ਦੇਖਦੇ ਕਿ ਕਿਸੇ ਦੇ ਉੱਤੇ ਕੀ ਪ੍ਰਭਾਵ ਹੋਏਗਾ? ਮੈਂ ਤੁਹਾਡੀ ਗੱਲ ਮੰਨਦਾ ਜੀ। ਇਹ ਕੁਝ ਲੋਕ ਹੁੰਦੇ 2 3 4 ਐਡਮਿਨ ਹੁੰਦੇ ਜਿਹੜੇ ਪੇਜਾਂ ਵਾਲੇ ਉਹੀ ਚੀਜ਼ ਨੂੰ ਬੁੱਲੀ ਕਰ ਦਿੰਦੇ, ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਜਾਂਦੇ ਜੀ, ਮਿੰਟ ਬਾਅਦ ਲੜ ਪੈਂਦੇ ਜੀ। ਆਪਾਂ ਨੂੰ ਇਹ ਚੰਗਾ ਵੀ ਸਮਝਦਾਰੀ ਵਾਲਾ ਕੰਮ ਕਰਨਾ ਚਾਹੀਦਾ, ਕਿਉਂਕਿ ਜਿਹੜਾ ਗੁਰਦਾਸ ਮਾਨ ਉਹ ਵੀ ਪੰਜਾਬ ਤੇ ਆਈ, ਉਹ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਸੀ ਹਮੇਸ਼ਾ, ਤੇ ਆਪਾਂ ਨੂੰ ਇਹਦੇ ਨਾਲ ਸਾਥ ਦੇਣਾ ਚਾਹੀਦਾ ਜੀ। ਜੀ ਮਿਹਰਬਾਨੀ ਸਾਡੇ ਨਾਲ ਗੱਲ ਕਰਨ। ਧੰਨਵਾਦ ਵੀਰੇ। ਬਾਈ ਜੀ ਗੁਰਦਾਸ ਮਾਨ ਸਾਹਿਬ ਦਾ ਨਵਾਂ ਗੀਤ ਆਇਆ, ਗੱਲ ਸੁਣੋ ਪੰਜਾਬੀ ਦੋਸਤੋ। ਤਾਂ ਇਸ ਵਾਰੀ ਉਹ ਇਹ ਗੱਲ ਸੁਣਾ ਰਹੇ ਨੇ ਕਿ ਜੋ ਉਹਨਾਂ ਤੋਂ ਸਟੇਟਮੈਂਟ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇੰਨਾ ਜ਼ਿਆਦਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਟਰੋਲ ਵੀ ਕੀਤਾ ਗਿਆ, ਲੋਕਾਂ ਨੇ ਗਾਲਾਂ ਵੀ ਕੱਢੀਆਂ, ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦਾ ਗੱਦਾਰ ਕਹਿਤਾ। ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਇਹ ਗਲਤ ਹੋਇਆ, ਯਾਨੀ ਕਿ ਉਹਨਾਂ ਦੀ ਗੱਲ ਨੂੰ ਸਮਝਿਆ ਨਹੀਂ ਗਿਆ। ਤੁਸੀਂ ਕੀ ਸੋਚਦੇ ਹੋ? ਨਹੀਂ, ਗੁਰਦਾਸ ਮਾਨ ਵੀਰੇ ਵਧੀਆ ਸਿੰਗਰ ਹੈ ਤੇ ਹੁਣ ਅੱਗੇ ਵੱਧ ਰਹੇ, ਆਪਣੇ ਆਪ ਨੂੰ ਸੱਚਾਈ ਨੂੰ ਅੱਗੇ ਰੱਖਣਾ ਚਾਹੁੰਦੇ ਆ, ਤਾਂ ਬਹੁਤ ਬੜੀ ਗੱਲ ਹੈ। ਵਧੀਆ ਜੀ। ਜਿਵੇਂ ਸੋਸ਼ਲ ਮੀਡੀਆ ਤੇ ਕਈ ਵਾਰ ਇੱਕ ਬਿਆਨ ਕਰਕੇ ਕੋਈ ਇੰਨਾ ਟਰੋਲ ਹੋ ਜਾਂਦਾ, ਔਰ ਉਹ ਵੀ ਗੁਰਦਾਸ ਮਾਨ ਦੀ ਗੱਲ ਕੀਤੀ ਜਾਵੇ, ਉਹਨਾਂ ਨੂੰ ਇੰਨਾ ਗਲਤ ਸਮਝ ਲਿਆ ਗਿਆ, ਤਾਂ ਤੁਸੀਂ ਕੀ ਉਹਦੇ ਨਾਲ ਸਹਿਮਤ ਹੋ ਕਿ ਜੋ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਉਹ ਸਹੀ ਸੀਗੀ ਜਾਂ ਗਲਤ ਸੀ? ਨਹੀਂ ਯਾਰ, ਵੈਸੇ ਸਿੰਗਰ ਵਧੀਆ ਯਾਰ, ਅੱਗੇ ਹੁਣ ਗਾਣਾ ਉਹਨਾਂ ਦਾ ਕੋਈ ਵੀ ਮੰਨੇ ਜਾਂਦੇ ਰਹੇ, ਕਾਫੀ ਦੇਰ ਪੁਰਾਣੇ ਮੰਨਦੇ ਆ, ਅੱਛੇ ਗਾਣੇ ਕੱਢੇ ਉਹਨਾਂ ਨੇ। ਹੁਣ ਜਿਹੜਾ ਪਿੱਛੇ ਹੋਇਆ ਸੀ ਵਿਵਾਦ ਥੋੜ੍ਹਾ ਜਿਹਾ, ਇਹ ਚਲੋ ਦੁਨੀਆ ਹੁਣ ਕਿੱਧਰ ਨੂੰ ਚੱਲ ਪਈ, ਹੁਣ ਦੁਨੀਆ ਦਾ ਵੀ ਫਰਕ ਨਹੀਂ ਹੈ, ਤੁਹਾਨੂੰ ਪਤਾ ਹੀ ਹੈ। ਪਰ ਇਦਾਂ ਨਹੀਂ ਹੋਣਾ ਚਾਹੀਦਾ। ਨਹੀਂ, ਇੱਦਾਂ ਨਹੀਂ ਹੋਣਾ ਚਾਹੀਦਾ ਵੀ ਪੰਜਾਬੀ ਕਲਾਕਾਰ ਕੱਦੂ ਬਹੁਤ ਪੁਰਾਣੇ ਸਿੰਗਰ ਹੈ, ਵਧੀਆ। ਤੇ ਗੱਲ ਭੁੱਲ ਕੇ ਅੱਗੇ ਵਧਣਾ ਚਾਹੀਦਾ ਮਤਲਬ। ਹਾਂਜੀ ਹਾਂ, ਅੱਗੇ ਵਧਣਾ ਚਾਹੀਦਾ ਜੀ ਮਿਹਰਬਾਨੀ। ਸਰ ਗੁਰਦਾਸ ਮਾਨ ਸਾਹਿਬ ਨੇ ਇੱਕ 2019 ਦੇ ਵਿੱਚ ਸਟੇਟਮੈਂਟ ਦਿੱਤੀ ਸੀਗੀ ਕਿ ਪੰਜਾਬੀ ਮਾਂ ਬੋਲੀ ਸਾਡੀ ਮਾਂ ਬੋਲੀ ਹੈ, ਪਰ ਹਿੰਦੀ ਵੀ ਸਾਡੀ ਮਾਸੀ ਹੈ, ਤੇ ਇੱਕ ਨੇਸ਼ਨ ਇੱਕ ਲੈਂਗੁਏਜ ਦੇ ਉੱਤੇ, ਮਤਲਬ ਇੱਕ ਦੇਸ਼ ਦੀ ਇੱਕ ਭਾਸ਼ਾ ਹੋਣ ਦੇ ਉੱਤੇ ਉਹਨਾਂ ਨੇ ਕੋਈ ਇਤਰਾਜ਼ ਨਹੀਂ ਜਤਾਇਆ ਸੀ। ਉਹਨਾਂ ਨੇ ਕਿਹਾ ਸੀ ਠੀਕ ਹੈ। ਪੰਜਾਬੀਆਂ ਨੂੰ ਕਾਫੀ ਬੁਰਾ ਲੱਗੀ ਇਹ ਗੱਲ ਉਹਨਾਂ ਦੇ ਵੱਲੋਂ ਕਹੀ ਹੋਈ। ਪੰਜਾਬੀਆਂ ਨੇ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦਾ ਗੱਦਾਰ ਕਹਿ ਦਿੱਤਾ। ਹਾਲਾਂਕਿ ਉਹਨਾਂ ਨੇ ਬਹੁਤ ਗੀਤ ਗਾਏ ਨੇ, ਸੱਭਿਆਚਾਰ ਨੂੰ ਬਹੁਤ ਸਪੋਰਟ ਕੀਤਾ, ਉਹਨੂੰ ਉਭਾਰਨ ਦੇ ਵਿੱਚ ਮਦਦ ਕੀਤੀ ਹੈ। ਤਾਂ ਤੁਹਾਨੂੰ ਕੀ ਲੱਗਦਾ ਹੈ, ਹੁਣ ਉਹਨਾਂ ਦਾ ਗੀਤ ਆਇਆ, ਉਹਨਾਂ ਨੇ ਸਫਾਈ ਪੇਸ਼ ਕੀਤੀ ਹੈ ਆਪਣੀ ਕਿ ਮੇਰੇ ਨਾਲ ਇਹ ਗਲਤ ਹੋਇਆ, ਪੰਜਾਬੀਆਂ ਨੇ ਮੇਰੇ ਨਾਲ ਗਲਤ ਕੀਤਾ, ਸੋ ਤੁਹਾਡਾ ਕੀ ਓਪੀਨੀਅਨ ਹੈਗਾ ਕਿ ਕੀ ਗੁਰਦਾਸ ਮਾਨ ਨਾਲ ਗਲਤ ਹੋਇਆ ਸੀ ਜਾਂ ਉਹਨਾਂ ਨੇ ਗਲਤ ਕੀਤਾ ਸੀ? ਦੇਖੋ, ਇੱਕ ਤਾਂ ਗੱਲ ਇਹ ਹੈਗਾ ਵੀ ਕਿ ਗੁਰਦਾਸ ਮਾਨ ਜੀ ਜਿਹੜੇ ਹੈਗੇ ਨੇ ਬਹੁਤ ਸਤਿਕਾਰਯੋਗ ਸੰਗੀਤਕਾਰ ਨੇ ਤੇ ਸੰਗੀਤ ਗਾਇਕ ਵੀ ਨੇ, ਬਟ ਇੱਕ ਗੱਲ ਇਹ ਜ਼ਰੂਰੀ ਹੈਗਾ ਕਿ ਵੀ ਉਹ ਇੱਕ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਦੇ ਨੇ ਜੀ, ਠੀਕ ਹੈ ਜੀ। ਤੇ ਉਹਨਾਂ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਯੰਗਸਟਰ ਜਿਹੜੇ ਸਿੰਗਰ ਨੇ ਉਹ ਉਹਨਾਂ ਨੂੰ ਦੇਖ ਕੇ ਖੁਦ ਸਿੰਗਰ ਬਣ ਰਹੇ ਨੇ, ਜੋ ਕਰਨਗੇ ਉਹੀ ਉਹ ਫੋਲੋ ਕਰਨਗੇ ਜੀ। ਤੇ ਕੋਈ ਵੀ ਚੀਜ਼ ਜਿਹੜੀ ਵੀ ਡਿਸਪਿਊਟਡ ਹੋਵੇ ਨਾ, ਉਸ ਦੇ ਉੱਪਰ ਤਾਂ ਬਿਆਨਬਾਜ਼ੀ ਕਰਨੀ ਵੀ ਨਹੀਂ ਚਾਹੀਦੀ ਬਿਲਕੁਲ ਵੀ। ਰਾਈਟ। ਇਹ ਤਾਂ ਪਹਿਲੀ ਗੱਲ ਹੈਗੀ ਹੈ। ਦੂਸਰੀ ਗੱਲ ਇਹ ਹੈਗਾ ਵੀ ਲੋਕਾਂ ਨੂੰ ਵੀ ਥੋੜ੍ਹਾ ਜਿਹਾ ਪੇਸ਼ੈਂਸ ਨਾਲ ਚੱਲਣਾ ਚਾਹੀਦਾ। ਠੀਕ ਹੈ, ਉਹਨਾਂ ਨੂੰ ਹੋ ਸਕਦਾ ਹੈ ਵੀ ਕਈ ਵਾਰ ਗੱਲ ਨਿਕਲ ਜਾਂਦੀ ਹੈ ਮੂੰਹ 'ਚੋਂ, ਜ਼ਰੂਰੀ ਨਹੀਂ ਹੁੰਦਾ ਉਹਨਾਂ ਦਾ ਮਤਲਬ ਜਾਂ ਉਹਨਾਂ ਦਾ ਮੋਟੋ ਇਹ ਹੋਵੇ ਕਹਿਣ ਦਾ, ਕਿਉਂਕਿ ਉਹ ਇਸ ਧਰਤੀ ਨਾਲ ਉਹਨਾਂ ਦੀ ਉਹ ਬਿਲੋਂਗ ਕਰਦੇ ਨੇ, ਇਸ ਧਰਤੀ ਤੋਂ ਇਹਨੂੰ ਪਿਆਰ ਕਰਦੇ ਨੇ। ਇਹ ਜ਼ਰੂਰੀ ਨਹੀਂ ਹੈਗਾ ਵੀ ਉਹ ਕੁਝ ਬੋਲਿਆ ਤਾਂ ਉਹ ਉਹਨਾਂ ਨੇ ਉਹ ਪੂਰੀ ਲਾਈਫ ਹੀ ਉਹਦੇ ਲਈ ਉਹੀ ਕਰਦੇ ਆਏ ਨੇ। ਸੋ ਲੋਕਾਂ ਨੂੰ ਵੀ ਚਾਹੀਦਾ ਵੀ ਟ੍ਰੋਲਿੰਗ ਕਰਨ ਤੋਂ ਪਹਿਲਾਂ ਉਹਨੂੰ ਜਾਂਚ ਪੜਤਾਲ ਲੈਣ ਵੀ ਗੱਲ ਹੋਈ ਕੀ ਹੈਗੀ ਹੈ ਪ੍ਰੋਪਰਲੀ, ਵੀ ਐਂ ਨਹੀਂ ਹੈ ਵੀ ਕਿਸੇ ਨੇ ਜਸਟ ਕਮੈਂਟ ਪਾਤਾ ਫੇਸਬੁੱਕ 'ਤੇ ਜਾਂ ਯੂਟਿਊਬ 'ਤੇ ਕੁਝ ਦੇਖ ਲਿਆ ਅਤੇ ਮੈਂ ਉਹਦੇ ਉੱਪਰ ਮੈਂ ਰਿਐਕਟ ਕਰਦਾ ਫਟਾਫਟ ਹੀ। ਉਹਦਾ ਪੂਰਾ ਘੋਖੋ, ਪਹਿਲਾਂ ਉਹਨੂੰ ਦੇਖੋ, ਫਿਰ ਉਹਦੇ ਉੱਪਰ ਆਨਸਰ ਦਿਓ। ਸੋ ਮੇਰੇ ਹਿਸਾਬ ਦੇ ਨਾਲ ਤਾਂ ਦੇਖੋ ਦੋਨਾਂ ਨੂੰ ਹੀ ਧਿਆਨ ਨਾਲ, ਇੱਕ ਤਾਂ ਗੁਰਦਾਸ ਮਾਨ ਸਾਹਿਬ ਜੀ ਨੂੰ ਵੀ ਉਹ ਵੀ ਥੋੜ੍ਹਾ ਧਿਆਨ ਨਾਲ ਦੇਖਣ ਵੀ ਜਦ ਮੈਂ ਬੋਲ ਰਿਹਾ ਤਾਂ ਲੋਕੀ ਫੋਲੋ ਵੀ ਕਰ ਰਹੇ ਨੇ ਮੈਨੂੰ, ਤੇ ਮੇਰੀ ਗੱਲ ਦਾ ਵਜਨ ਹੋਣਾ ਕਿਸੇ ਗੱਲ ਦਾ, ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਜ਼ਿਆਦਾ ਹੈਗੀ ਹੈ। ਤੇ ਲੋਕਾਂ ਨੂੰ ਵੀ ਚਾਹੀਦਾ ਵੀ ਉਹ ਇੰਨਾ ਚਿਰ ਹੋ ਗਿਆ ਉਹਨਾਂ ਨੂੰ ਵੀ ਉਹ ਤੇ ਇੱਕ ਲੈਜੈਂਡ ਨੇ ਸਾਡੇ ਕੰਟਰੀ ਦੇ, ਔਰ ਉਹ ਦਾ ਵਰਡ ਸਾਨੂੰ ਰਿਪਰੈਜ਼ੈਂਟ ਕਰਦੇ ਨੇ, ਪੰਜਾਬੀਅਤ ਨੂੰ ਇੰਨਾ ਉਹਨਾਂ ਨੇ ਮਾਣ ਬਖਸ਼ਿਆ ਹੈਗਾ ਜੀ। ਤੇ ਉਹ ਵੀ ਥੋੜ੍ਹਾ ਜਿਹਾ ਸਬਰ ਦੇ ਨਾਲ ਸੋਚਣ ਸਮਝਣ ਵੀ ਕੀ ਕੀਤਾ ਉਹਨਾਂ ਨੇ, ਤੇ ਉਹਨਾਂ ਨੂੰ ਮੌਕਾ ਵੀ ਦੇਣ ਵੀ ਹਾਂ ਵੀ ਕੋਈ ਗਲਤ ਹੋਇਆ ਤਾਂ ਤੁਸੀਂ ਸਾਨੂੰ ਸਮਝਾਓ,
ਵੀ ਕੀ ਹੋਇਆ, ਵਾਕਈ ਤੁਸੀਂ ਸਮਝਾ ਪਾ ਰਹੇ ਹੋ ਕਿ ਨਹੀਂ ਪਾ ਰਹੇ, ਉਹ ਚੀਜ਼ ਜ਼ਰੂਰ ਇਹ ਦੇਖੋ। ਅੱਛਾ, ਇਹ ਸੋਸ਼ਲ ਮੀਡੀਆ ਦਾ ਕਿਤੇ ਨਾ ਕਿਤੇ ਨੁਕਸਾਨ ਨਹੀਂ ਹੈਗਾ ਕਿ ਪਹਿਲਾਂ ਕੀ ਹੁੰਦਾ ਸੀ, ਜਿਵੇਂ ਕਿਸੇ ਦੀ ਵਿਅਕਤੀਗਤ ਰਾਏ ਜਿਹੜੀ ਹੈ ਸਾਡੇ ਤੱਕ ਸੀਮਤ ਹੁੰਦੀ ਸੀ, ਅੱਜ ਸਾਡੇ ਕੋਲੇ ਆਜ਼ਾਦੀ ਹੈ ਕਿ ਅਸੀਂ ਬੋਲੀਏ, ਦੁਨੀਆ ਭਰ ਦੇ ਵਿੱਚ ਗੱਲ ਪਹੁੰਚ ਜਾਂਦੀ ਹੈ, ਤਾਂ ਇਹਦਾ ਕਿਤੇ ਨਾ ਕਿਤੇ ਨੁਕਸਾਨ ਵੀ ਦੇਖਣ ਨੂੰ ਮਿਲ ਸਕਦਾ। ਨਹੀਂ, ਮੈਨੂੰ ਨਹੀਂ ਲੱਗਦਾ ਕਿ ਨੁਕਸਾਨ ਹੈਗਾ, ਇਹ ਤਾਂ ਬਹੁਤ ਇੱਕ ਪੋਜ਼ਿਟਿਵ ਚੀਜ਼ ਹੈਗੀ ਹੈ ਜੀ, ਕਿਉਂਕਿ ਦੇਖੋ ਤੁਹਾਨੂੰ ਇੱਕਦਮ ਇਨਸਟੈਂਟ ਰਿਐਕਸ਼ਨ ਮਿਲ ਰਿਹਾ। ਇੱਕ ਗਾਇਕ ਲਈ ਜੇ ਆਪਾਂ ਗੱਲ ਕਰੀਏ, ਤੁਸੀਂ ਕੁਝ ਗੱਲ ਕਹੀ, ਤੁਸੀਂ ਆਪਣਾ ਕੋਈ ਗਾਣਾ ਕੱਢਿਆ ਜਾਂ ਕੋਈ ਚੀਜ਼ ਤੁਸੀਂ ਇੱਕ ਲੋਕਕਾਰੀ ਪੇਸ਼ ਕੀਤੀ, ਤਾਂ ਆਟੋਮੈਟਿਕਲੀ ਤੁਹਾਨੂੰ ਰਿਐਕਸ਼ਨ ਮਿਲਿਆ, ਤੁਸੀਂ ਇੱਕਦਮ ਮੋਟੀਵੇਟ ਹੋ ਗਏ ਉਹ ਚੀਜ਼ ਨੂੰ ਕਰਨ ਦੇ ਲਈ, ਠੀਕ ਹੈ ਨਾ ਜੀ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਸੀਡੀਆਂ ਨਿਕਲਦੀਆਂ ਸੀਗੀਆਂ, ਉਹਨੂੰ 6-6 ਮਹੀਨੇ ਲੱਗ ਜਾਂਦੇ, ਸਾਲ ਲੱਗ ਜਾਂਦੇ ਸੀ, ਫਿਰ ਆਉਂਦੀਆਂ ਸੀਗੀਆਂ ਟੈਲੀਵਿਜ਼ਨਾਂ ਦੇ ਉੱਪਰ, ਫਿਰ ਕਿਤੇ ਜਾ ਕੇ ਫਿਰ ਵੀ ਕਿਸੇ ਦੇ ਥਰੂ ਪਤਾ ਚੱਲਦਾ ਸੀ ਵੀ ਸਾਡਾ ਇੰਨੀ ਵੈਲਿਊ ਪੈ ਗਈ ਹੈ ਉਸ ਚੀਜ਼ ਦੀ ਇਨਕਮ ਦੇ ਬਾਅਦ। ਪਰ ਹੁਣ ਤਾਂ ਸਿੱਧਾ ਹੀ ਡਾਇਰੈਕਟਲੀ ਲੋਕੀ ਦੱਸ ਪਾਉਂਦੇ ਨੇ। ਹੁਣ ਜਿਵੇਂ ਆ ਗੱਲ ਹੀ ਹੋਈ ਆ, ਆਪਾਂ ਜਿਹੜੀ ਗੱਲ ਕਰਕੇ ਹਟੇ ਆ, ਇਹ ਵੀ ਤਾਂ ਇੱਕ ਚੀਜ਼ ਹੈ ਨਾ ਜੀ, ਜਿਹੜੀ ਵੀ ਇੱਕਦਮ ਰਿਐਕਸ਼ਨ ਪਤਾ ਚੱਲ ਰਿਹਾ ਲੋਕਾਂ ਦਾ, ਪਤਾ ਚੱਲ ਰਿਹਾ, ਰਾਈਟ, ਠੀਕ ਹੈ, ਇਹ ਪੋਜ਼ਿਟਿਵ ਸਾਈਡ ਹੈ। ਇਹ ਪੋਜ਼ਿਟਿਵ ਹੈ। ਅੱਛਾ, ਗੁਰਦਾਸ ਮਾਨ ਸਾਹਿਬ ਨੂੰ ਅਗਰ ਆਪਣੇ ਬਾਰੇ 'ਚ ਲੋਕਾਂ ਦੇ ਵਿਚਾਰਾਂ ਦੇ ਵਿੱਚ ਬਦਲਾਵ ਲੈ ਕੇ ਆਉਣਾ, ਤਾਂ ਇਹ ਗਾਣਾ, ਹਾਲਾਂਕਿ ਉਹਨਾਂ ਨੇ ਇਸ ਗਾਣੇ ਦੇ ਵਿੱਚ ਆਪਣੇ ਆਪ ਨੂੰ ਸਹੀ ਤੇ ਲੋਕਾਂ ਵੱਲੋਂ ਜੋ ਹੋਇਆ ਉਸ ਨੂੰ ਗਲਤ ਪੇਸ਼ ਕੀਤਾ, ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਦੁਬਾਰਾ ਉਹ ਜਗ੍ਹਾ ਹਾਸਲ ਕਰਨ ਲਈ ਲੋਕਾਂ ਦੇ ਦਿਲਾਂ ਦੇ ਵਿੱਚ? ਮੇਰੇ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਲੋਕਾਂ ਦੇ ਵਿੱਚ ਹੀ ਜਾਣਾ ਚਾਹੀਦਾ। ਉਹ ਲੋਕਾਂ ਦੇ ਨਾਲ ਬਣਾਏ ਗਏ ਨੇ ਤੇ ਲੋਕਾਂ ਦੇ ਲਈ ਕਰਦੇ ਨੇ ਜੋ ਕੁਝ ਕਰ ਰਹੇ ਨੇ, ਠੀਕ ਹੈ ਨਾ ਜੀ। ਐਂਟਰਟੇਨਮੈਂਟ ਉਹਨਾਂ ਦਾ ਬਿਜ਼ਨਸ ਹੈਗਾ, ਤਾਂ ਲੋਕਾਂ ਤੋਂ ਬਗੈਰ ਤਾਂ ਰਹਿ ਹੀ ਨਹੀਂ ਸਕਦਾ ਜੀ, ਠੀਕ ਹੈ ਨਾ ਜੀ। ਉਹ ਇੱਕ ਸਿਟੀਜ਼ਨ ਨੇ ਤਾਂ ਆਉਣ ਲੋਕਾਂ ਦੇ ਵਿੱਚ, ਜਿਵੇਂ ਆਪਾਂ ਗੱਲਾਂ ਕਰ ਰਹੇ ਹਾਂ, ਉਹ ਵੀ ਆਉਣ ਤੇ ਪੁੱਛਣ ਵੀ ਦੱਸੋ ਜੀ ਤੁਹਾਨੂੰ ਕੀ ਫੀਲ ਹੋਇਆ, ਆਪਣਾ ਵੀ ਬਿਆਨ ਰੱਖਣ ਤੇ ਲੋਕੀ ਵੀ ਆਪਣਾ ਰੱਖਣਗੇ, ਤਾਂ ਇਹੀ ਚੀਜ਼ ਹੈਗਾ ਸੋਲਿਊਸ਼ਨ ਜੀ। ਵਾਰਤਾਲਾਪ ਦਾ ਨਾਲੇ ਗੱਲ ਸੋਲਵ ਹੋਣੀ। ਮਿਹਰਬਾਨੀ ਸਾਡੇ ਨਾਲ ਗੱਲ। ਥੈਂਕ ਯੂ। ਸਰ, ਤੁਸੀਂ ਗੁਰਦਾਸ ਮਾਨ ਸਾਹਿਬ ਦਾ ਗੀਤ ਆਇਆ ਨਵਾਂ, ਗੱਲ ਸੁਣੋ ਪੰਜਾਬੀ ਦੋਸਤੋ, ਉਹ ਸਟੇਟਮੈਂਟ ਜਿਹੜੀ ਉਹਨਾਂ ਤੋਂ ਦਿੱਤੀ ਗਈ ਸੀ 2019 ਦੇ ਵਿੱਚ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ, ਹਿੰਦੀ ਸਾਡੀ ਮਾਸੀ ਹੈ ਤੇ ਇੱਕ ਨੇਸ਼ਨ ਦੀ ਇੱਕ ਲੈਂਗੁਏਜ ਹੋਣ 'ਚ ਕੋਈ ਬੁਰਾਈ ਨਹੀਂ ਹੈ, ਤਾਂ ਉਸ ਨੂੰ ਲੈ ਕੇ ਵਿਵਾਦ ਸੀਗਾ, ਤਾਂ ਤੁਸੀਂ ਉਹਨਾਂ ਦੀ ਭਾਵਨਾ ਨੂੰ ਲੈ ਕੇ ਕੀ ਕਹਿੰਦੇ ਹੋ, ਜਾਂ ਲੋਕਾਂ ਨੇ ਜੋ ਟਰੋਲ ਕੀਤਾ ਉਹ ਕਿੰਨਾ ਜਾਇਜ਼ ਕੀਤਾ? ਗੁਰਦਾਸ ਮਾਨ ਜੀ ਇੱਕ ਬਹੁਤ ਵੱਡੀ ਸ਼ਖਸੀਅਤ ਹੈਗੇ ਹੈ ਪੰਜਾਬ ਦੀ, ਔਰ ਪੂਰਾ ਦੇਸ਼ ਵਿਦੇਸ਼ਾਂ 'ਚ ਲੋਕ ਉਹਨਾਂ ਨੂੰ ਪਿਆਰ ਕਰਦੇ ਹੈਗੇ ਹੈ। ਉਹ ਕਦੇ ਵੀ ਕੋਈ ਗੱਲ ਕਰਨਗੇ, ਉਹਦੇ ਪਿੱਛੇ ਉਹਨਾਂ ਦੀ ਭਾਵਨਾ ਨੂੰ ਦੇਖਣਾ ਜ਼ਰੂਰੀ ਹੈ। ਕਈ ਵਾਰ ਆਪਾਂ ਸ਼ਬਦ ਸਾਡੇ ਕੁਝ ਹੋਰ ਹੁੰਦੇ ਆ ਤੇ ਸਾਡੇ ਮਨ 'ਚ ਗੱਲ ਕੁਝ ਹੋਰ ਹੁੰਦੀ ਹੈ। ਗੁਰਦਾਸ ਮਾਨ ਸਾਹਿਬ ਨੇ ਜਦੋਂ ਇਹ ਗੱਲ ਕਹੀ ਸੀ, ਉਹ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਬਹੁਤ ਪਿਆਰ ਕਰਦੇ ਹੈ। ਉਹ ਰੀਅਲ ਪੰਜਾਬੀ ਹੈਗੇ ਹੈ, ਜਿਹੜੇ ਉਹਨਾਂ ਦੇ ਟੋਟਲ ਗਾਣੇ ਰਹੇ ਹੈ ਪੂਰੇ ਉਹਨਾਂ ਦੇ ਜੀਵਨ ਕਾਲ ਦੇ ਵਿੱਚ, ਉਹ ਸਾਰੇ ਪੰਜਾਬੀਅਤ ਨੂੰ ਸ਼ੋਅ ਕਰਦੇ ਹੈ, ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੇ ਹੈ। ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਸੀ ਕਿ ਪੰਜਾਬੀ ਅਗਰ ਮੇਰੀ ਮਾਂ ਹੈ ਲੈਂਗੁਏਜ, ਤੇ ਹਿੰਦੀ ਮੇਰੀ ਮਾਸੀ ਹੈ। ਬਿਕੋਜ਼ ਅਸੀਂ ਇੱਕ ਦੇਸ਼ ਦੇ ਵਿੱਚ ਰਹਿੰਦੇ ਹੈਗੇ ਹਾਂ ਤੇ ਪੂਰੇ ਦੇਸ਼ ਔਰ ਦੇਸ਼ ਦੇ ਵਿੱਚ ਹੀ ਸਾਡਾ ਪੰਜਾਬ ਆਉਂਦਾ ਹੈ, ਐਂਡ ਵੀ ਲਵ ਪੰਜਾਬ, ਵੀ ਲਵ ਇੰਡੀਆ। ਸੋ ਉਹਨਾਂ ਨੂੰ ਇਸ ਗਲਤ ਤਰੀਕੇ ਨਾਲ ਦੇਖਣਾ ਬਹੁਤ ਗਲਤ ਹੈ। ਜਿਨ੍ਹਾਂ ਲੋਕਾਂ ਨੇ ਵੀ ਉਹਨਾਂ ਨੂੰ ਟਰੋਲ ਕੀਤਾ, ਮੈਂ ਹੱਥ ਜੋੜ ਕੇ ਉਹਨਾਂ ਨੂੰ ਕਹੂੰਗਾ ਕਿ ਗੁਰਦਾਸ ਮਾਨ ਜੀ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ। ਉਹਨਾਂ ਨੂੰ ਪਿਆਰ ਕਰੋ, ਜਿੰਨਾ ਪਿਆਰ ਉਹਨਾਂ ਨੂੰ ਤੁਸੀਂ ਪੂਰੀ ਉਮਰ ਬਖਸ਼ਿਆ ਹੈ, ਹੋਰ ਪਿਆਰ ਬਖਸ਼ੋ। ਉਹ ਪਿਆਰ ਕਰਨ ਯੋਗ ਇਨਸਾਨ ਹੈਗੇ ਹੈ ਤੇ ਬਹੁਤ ਵਧੀਆ ਚੰਗੇ ਇਨਸਾਨ ਹੈਗੇ ਹੈ, ਤੇ ਮੇਰਾ ਇੰਨਾ ਹੀ ਕਹਿਣਾ ਹੈ ਜੀ। ਅਗਰ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ ਕਿ ਕਿਸੇ ਨੂੰ ਵੀ ਅਸੀਂ ਡੀਫੇਮ ਕਰ ਸਕਦੇ ਹਾਂ, ਕਿਸੇ ਨੂੰ ਵੀ ਅਸੀਂ ਫੇਮਸ ਕਰ ਸਕਦੇ ਹਾਂ, ਤਾਂ ਇੱਕ ਸਾਡੇ ਕੋਲ ਇੱਕ ਇੱਦਾਂ ਦੀ ਪਾਵਰ ਆ ਗਈ ਜਿਹੜੀ ਅਗਰ ਮਿਸਯੂਜ਼ ਹੋ ਜਾਵੇ ਤਾਂ ਉਹ ਕਿਸੇ ਦਾ ਵੀ ਬਹੁਤ ਵੱਡਾ ਨੁਕਸਾਨ ਕਰ ਸਕਦਾ। ਬਿਲਕੁਲ, ਤੁਸੀਂ ਬਿਲਕੁਲ ਵਾਜਿਬ ਗੱਲ ਕਹੀ ਹੈਗੀ ਹੈ। ਸੋਸ਼ਲ ਮੀਡੀਆ ਬਹੁਤ ਅੱਛਾ ਪਲੇਟਫਾਰਮ ਹੈ ਜੇ ਤੁਸੀਂ ਕੋਈ ਚੰਗੀ ਗੱਲ ਕਰਨੀ ਹੈ, ਬਟ ਕੁਝ ਇੱਕ ਤੱਤਵ ਹੈਗੇ ਆ ਉਹਦਾ ਗਲਤ ਫਾਇਦਾ ਉਠਾ ਲੈਂਦੇ ਹੈ। ਬਿਕੋਜ਼ ਕੁਝ ਲੋਕ ਆਪਣੀ ਪਬਲਿਸਿਟੀ ਲਈ ਤੇ ਦੂਜੇ ਆਦਮੀ ਨੂੰ ਡੀਫੇਮ ਕਰਨ ਲਈ ਉਹਦਾ ਇਸਤੇਮਾਲ ਕਰਦੇ ਹੈ। ਨਾਟ ਓਨਲੀ ਗੁਰਦਾਸ ਮਾਨ ਜੀ ਦੇ ਕੇਸ ਤੁਸੀਂ ਦੇਖਿਆ ਹੋਣਾ, ਬਹੁਤ ਹੁਣ ਅਰਸ਼ਦੀਪ ਜੀ ਦਾ ਕੇਸ ਹੋਇਆ, ਉਹ ਹੀ ਵਾਸ ਵੈਰੀ ਇਨੋਸੈਂਟ ਗਾਏ। ਉਹ ਹਮੇਸ਼ਾ ਦੇਸ਼ ਲਈ ਲੜਿਆ ਹੈ ਔਰ ਦੇਸ਼ ਲਈ ਬਹੁਤ ਅੱਛਾ ਪਰਫਾਰਮ ਕੀਤਾ ਹੈ। ਲਾਸਟ ਮੈਚ ਦੇ ਵਿੱਚ ਵੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਬਟ ਕੁਝ ਲੋਕਾਂ ਨੇ, ਚਾਹੇ ਬਾਹਰ ਤੋਂ ਸ਼ੁਰੂ ਹੋਈ, ਪਾਕਿਸਤਾਨ ਤੋਂ ਸ਼ੁਰੂ ਹੋਈ, ਜਿੱਦਾਂ ਸਾਨੂੰ ਦੱਸਿਆ ਗਿਆ, ਔਰ ਉਹਦੇ ਬਾਅਦ ਸਾਡੇ ਹੀ ਲੋਕਾਂ ਨੇ ਉਹਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋਸ਼ਲ ਮੀਡੀਆ ਇੱਕ ਐਸਾ ਪਲੇਟਫਾਰਮ ਹੈ ਜਿਹਦੇ ਤੇ ਤੁਸੀਂ, ਜਿੱਦਾਂ ਸਾਡਾ ਸੰਵਿਧਾਨ ਸਾਨੂੰ ਅਲਾਉ ਕਰਦਾ ਹੈ, ਅਸੀਂ ਹਰ ਗੱਲ ਕਰ ਸਕਦੇ ਹਾਂ। ਸੋਸ਼ਲ ਮੀਡੀਆ ਇੱਕ ਰਾਈਟ ਪਲੇਟਫਾਰਮ ਦਿੰਦਾ ਹੈ, ਤੁਸੀਂ ਸਾਰੀ ਗੱਲ ਕਰ ਸਕਦੇ ਹੋ, ਬਟ ਉਹਨੂੰ ਗਲਤ ਯੂਜ਼ ਕਰਕੇ ਕਿਸੇ ਨੂੰ ਡੀਫੇਮ ਕਰਨ ਲਈ ਜਾਂ ਆਪਣਾ ਅਨਨੈਸੈਸਰੀਲੀ ਕੋਈ ਏਜੰਡਾ ਪ੍ਰਮੋਟ ਕਰਨ ਲਈ ਯੂਜ਼ ਨਹੀਂ ਕਰਨਾ ਚਾਹੀਦਾ ਹੈ। ਸੋਸ਼ਲ ਮੀਡੀਆ ਵਰਲਡ ਵਾਈਡ ਤੁਸੀਂ ਦੇਖੋ, ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਬਹੁਤ ਉੱਪਰ ਸਤਰ ਤੇ ਲੈ ਕੇ ਗਏ ਹੈ। ਇਹਨੂੰ ਪੈਸਾ ਕਮਾਉਣ ਦਾ ਜ਼ਰੀਆ ਵੀ ਬਣਾਇਆ ਗਿਆ ਹੈਗਾ, ਔਰ ਐਟ ਦ ਸੇਮ ਟਾਈਮ ਕੁਝ ਜਿਹੜੇ ਅਸਮਾਜਿਕ ਤੱਤਵ ਹੈਗੇ ਆ ਉਹਨਾਂ ਨੇ ਉਹਦਾ ਮਿਸਯੂਜ਼ ਵੀ ਕੀਤਾ ਹੈਗਾ। ਸੋ ਇਹਨੂੰ ਅਵੋਇਡ ਕਰਨਾ ਚਾਹੀਦਾ ਹੈ। ਜਿਹੜੇ ਸਮਝਦਾਰ ਲੋਕ ਹੈ, ਪੜ੍ਹੇ ਲਿਖੇ ਇਨਸਾਨ ਹੈ, ਉਹ ਕਦੇ ਵੀ ਇਸ ਕੰਮ ਨੂੰ ਨਹੀਂ ਕਰਨਗੇ। ਤੇ ਮੇਰੀ ਗੁਜ਼ਾਰਿਸ਼ ਇਹੀ ਹੈਗੀ ਹੈ, ਸੋਸ਼ਲ ਮੀਡੀਆ ਨੂੰ ਇੱਕ ਅੱਛੇ ਪਲੇਟਫਾਰਮ ਦੇ ਤਰੀਕੇ ਨਾਲ ਆਪਾਂ ਯੂਜ਼ ਕਰੀਏ। ਗੁਰਦਾਸ ਮਾਨ ਜੀ ਨੂੰ ਉਹਨਾਂ ਦੇ ਲਿਸਨਰ ਹੋਣ ਦੇ ਨਾਤੇ, ਉਹਨਾਂ ਦੇ ਫੈਨ ਹੋਣ ਨਾਤੇ ਤੁਹਾਡੇ ਵੱਲੋਂ ਕੀ ਕਹੋਗੇ ਤੁਸੀਂ? ਗੁਰਦਾਸ ਮਾਨ ਜੀ ਦੀ ਹੈਲਥ ਬਹੁਤ ਅੱਛੀ ਰਹੇ, ਜਿੱਦਾਂ ਉਹਨਾਂ ਨੇ ਪਿਆਰ ਬਖਸ਼ਿਆ ਹੈਗਾ ਸਾਨੂੰ ਚੰਗੇ ਚੰਗੇ ਗਾਣਿਆਂ ਨਾਲ, ਉਹ ਕੰਮ ਉੱਦਾਂ ਹੀ ਕਰਦੇ ਰਹਿਣ ਤੇ ਵਧੀਆ ਵਧੀਆ ਗਾਣੇ ਹੋਰ ਸੁਣਾਉਣ।
ਉਹਨਾਂ ਦੇ ਪ੍ਰਤੀ ਮਾਨ ਸਨਮਾਨ ਪਿਆਰ ਜਿੱਦਾਂ ਹੈਗਾ, ਜਿੱਦਾਂ ਪਹਿਲੇ ਸੀਗਾ ਉਨਾ ਹੀ ਅੱਜ ਹੈ, ਅੱਗੇ ਵੀ ਰਹੇਗਾ। ਭਗਵਾਨ ਉਹਨਾਂ ਨੂੰ ਤੰਦਰੁਸਤ ਰੱਖੇ ਤੇ ਇਹੋ ਜਿਹੇ ਵਧੀਆ ਵਧੀਆ ਗਾਣੇ ਸਾਨੂੰ ਸੁਣਾਉਂਦੇ ਰਹਿਣ। ਮਿਹਰਬਾਨੀ ਸਾਡੇ ਨਾਲ ਗੱਲ। ਧੰਨਵਾਦ। ਸੋ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ, ਸਭ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਨੇ, ਜਿਵੇਂ ਕਿ ਸਾਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਵੀ ਹੈ। ਔਰ ਜ਼ਿਆਦਾਤਰ ਲੋਕਾਂ ਨੇ ਗੱਲ ਕਹੀ ਹੈ ਕਿ ਕਿਸੇ ਵਿਅਕਤੀ ਦੇ ਮੂੰਹ ਤੋਂ ਅਗਰ ਕੋਈ ਗੱਲ ਨਿਕਲ ਜਾਂਦੀ ਹੈ, ਔਰ ਖਾਸ ਤੌਰ ਦੇ ਉੱਤੇ ਗੁਰਦਾਸ ਮਾਨ ਸਾਹਿਬ ਜੋ ਕਿ ਇੱਕ ਆਮ ਵਿਅਕਤੀ ਨਹੀਂ ਹੈਗੇ, ਉਹਨਾਂ ਦੀ ਸੋਚ ਉਹ ਕਾਫੀ ਸੂਝਵਾਨ ਨੇ, ਉਹਨਾਂ ਦੀ ਸੋਚ ਚੰਗੀ ਹੈ ਔਰ ਪੰਜਾਬ ਨੂੰ ਪਿਆਰ ਕਰਦੇ ਨੇ। ਪੰਜਾਬ ਦੇ ਲਈ ਉਹ ਹਮੇਸ਼ਾ ਜਿਹੜਾ ਅਵੇਲੇਬਲ ਰਹੇ ਨੇ। ਉਹਨਾਂ ਨੇ ਆਪਣੀ ਕਲਾਕਾਰੀ ਦੇ ਨਾਲ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕੀਤਾ। ਸੋ ਉਹਨਾਂ ਵੱਲੋਂ ਅਗਰ ਗੱਲ ਕਹੀ ਗਈ ਸੀ ਤਾਂ ਉਸ ਨੂੰ ਸਮਝਣ ਦੀ ਲੋੜ ਸੀਗੀ। ਉਹਨਾਂ ਦਾ ਵਿਰੋਧ ਜਿਹੜਾ ਹੈਗਾ ਉਹ ਨਹੀਂ ਕਰਨਾ ਚਾਹੀਦਾ ਸੀ, ਸਮਝਣਾ ਚਾਹੀਦਾ ਸੀ। ਪਰ ਫਿਰ ਵੀ ਅਸੀਂ ਰਿਸਪੈਕਟ ਕਰਦੇ ਹਾਂ ਹਰ ਕਿਸੇ ਦੇ ਵਿਚਾਰਾਂ ਦੀ, ਜੋ ਵੀ ਲੋਕਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਨੇ। ਇਹ ਪਰ ਜਿੱਥੇ ਅਸੀਂ ਵਿਰੋਧ ਨੂੰ ਦੇਖਦੇ ਹਾਂ ਉੱਥੇ ਹੀ ਹਾਲੇ ਵੀ ਸਪੋਰਟ ਨੂੰ ਵੀ ਦੇਖਦੇ ਹਾਂ। ਸੋ ਗੁਰਦਾਸ ਮਾਨ ਸਾਹਿਬ ਨੇ ਜੋ ਆਪਣੇ ਗਾਇਕੀ ਦੇ ਨਾਲ, ਆਪਣੀ ਕਲਾਕਾਰੀ ਦੇ ਨਾਲ ਕਮਾਇਆ, ਉਹ ਇੱਕ ਰਿਸਪੈਕਟ ਹੈ। ਉਹਨਾਂ ਦੀ ਰਿਸਪੈਕਟ ਬਰਕਰਾਰ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਉਹ ਇਹ ਉਮੀਦ ਕਰਦੇ ਨੇ ਕਿ ਗੁਰਦਾਸ ਮਾਨ ਸਾਹਿਬ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਵੱਡੀ ਹੈ, ਕਿਉਂਕਿ ਉਹ ਪੰਜਾਬੀ ਮਾਂ ਬੋਲੀ ਨੂੰ ਹਮੇਸ਼ਾ ਜਿਹੜਾ ਹੈ ਪ੍ਰਮੋਟ ਕਰਦੇ ਰਹੇ ਨੇ। ਸੋ ਇਸ ਲਈ ਉਹਨਾਂ ਦੀ ਜ਼ਿੰਮੇਵਾਰੀ ਵੱਡੀ ਬਣ ਜਾਂਦੀ ਹੈ। ਸੋ ਇਸ ਦੇ ਲਿਹਾਜ਼ ਨਾਲ ਉਹ ਹਮੇਸ਼ਾ ਜੋ ਵੀ ਗੱਲ ਕਰਨਗੇ ਉਸ ਨੂੰ ਸੋਚ ਸਮਝ ਕੇ ਕਰਨਗੇ ਤਾਂ ਕਿ ਲੋਕਾਂ ਦੇ ਦਿਲ ਨੂੰ ਠੇਸ ਨਾ ਪਹੁੰਚਾਏ। ਸੋ ਇਸੇ ਉਮੀਦ ਦੇ ਨਾਲ ਅਸੀਂ ਅੱਗੇ ਵਧਦੇ ਹਾਂ ਔਰ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।